बिस्मिल्लाहिर्रहमानिर्रहीम। मैं जी मोहम्मद सरफराज इस वेले खलोता जी मखना ठक्कर का बंदा, तहसील दीपालपुर, ज़िला उकाड़ा। मेरे नाल ने जनाब मियाँ बाबर इकबाल वटू साहब। ये इलाका है जी आलू की काश्त का, ते आलू दे काश्तकार ने, जिमीदार ने। मियाँ साहब सलाम अलैकुम। जी वालेकुम सलाम। मियाँ साहब ये जो आलू है जी जी ये लाने का तरीका दसो। सर, ये सब तो पहले ज़मीन तैयार करने वास्ते असी ना दाइयां तो बाद इनकी रोनी करने हैं। जी जिमें वत्तर आँदी है फिर इन्हें असी ना वाह के फिर असी लेज़र करवा देंगे। फिर उस तो बाद असी या उनका वत्तर तकरीबन पूरी ज़मीन का नॉर्मल हो जाता, उस तो बाद असी इनकी काश्त ਨੂੰ शुरू हो जाते हैं। ਕਿਹੜਾ ਮਹੀਨਾ ਕਿਹੜਾ ਹੁੰਦਾ ਜੀ? अक्तूबर का। ਅਕਤੂਬਰ ਦਾ। ਤੇ हाल ਫਿਰ ਕਿਹੜੀਆਂ ਤੁਸੀਂ ਮੂੰਜੀ ਕਿਹੜੀ ਲਾਉਂਦੇ ਆ, ਤਾਈਆਂ ਕਿਹੜੀਆਂ ਲਾਉਂਦੇ वो ਆ? 1509 भी लाए हुए सी, ਹਾਂਜੀ ਉਹਦੇ ਤੇ ਵੀ ਆ ਜਾਂਦੇ ਨੇ। ਹਾਈਬ੍ਰਿਡ ਵੀ ਹੈਗੇ ਸੀ, ਅੱਛਾ ਜੀ 33 ਵੀ ਹੈਗੇ ਸੀ। ਹਾਂਜੀ। ਮੂੰਜੀ ਜਿਹੜੀ ਵੀ ਹੋਵੇ ਉਹਦੇ ਉੱਤੋਂ ਆਲੂ ਆਸਾਨੀ ਨਾਲ ਆ ਸਕਦੇ ਨੇ। ਅਕਤੂਬਰ ਨਵੰਬਰ ਇਹਦੀ ਕਾਸ਼ਤ ਹੈ? ਹਾਂਜੀ, ਅਕਤੂਬਰ ਨਵੰਬਰ। ਅੱਛਾ ਜੀ, ਤਿਆਰੀ ਕਰ ਲਈ ਫਸਲ? ਹਾਂਜੀ, ਤਿਆਰੀ ਖੇਤ ਫਸਲ। ਦੀ? ਹਾਂਜੀ ਬਿਲਕੁਲ। ਅੱਛਾ ਉਸ ਜੀ ਤੋਂ ਬਾਅਦ ਇਹਦੇ ਚ ਅੱਗੇ ਤਾਂ ਪਾਉਂਦੇ ਸੀ 3-3 ਡੀਏਪੀ ਹਾਂਜੀ ਥੱਲੇ ਹੀ, ਹਾਂਜੀ। ਲੇਕਿਨ ਡੀਏਪੀ ਮਹਿੰਗੀ ਹੋਣ ਦੀ ਵਜ੍ਹਾ ਤੋਂ ਐਤਕੀ ਅਸੀਂ 2-2 ਡੀਏਪੀ ਪਾਈਆਂ ਨੇ, ਅੱਛਾ ਜੀ ਤੇ ਨਾਲ ਇੱਕ ਬੋਰੀ ਪੋਟਾਸ਼ ਦੀ ਪਾਈ ਹੈ। ਜੀ। ਉਹ ਵੀ ਐਸਓਪੀ ਪਹਿਲੇ ਪਾਉਂਦੇ ਸੀ, ਉਹ ਵੀ ਮਹਿੰਗੀ ਹੋਣ ਦੀ ਵਜ੍ਹਾ ਤੋਂ ਹੁਣ ਐਮਓਪੀ ਪਾਈ ਹੈ। ਅੱਛਾ ਜੀ। ਉਹ ਐਮਓਪੀ ਸਸਤੀ ਹੈ ਹਾਂਜੀ, ਉਹ ਐਸਓਪੀ ਨਾਲ? ਸਸਤੀ ਹੈ, ਉਹ 3600 ਰੁਪਏ ਦੀ ਸੀ ਤੇ ਉਹ 6200 ਰੁਪਏ ਦੀ ਸੀ ਐਸਓਪੀ। ਅੱਛਾ ਜੀ ਤੇ ਲੇਕਿਨ ਰਿਜ਼ਲਟ ਜਿਹੜਾ ਉਹ ਐਸਓਪੀ ਦਾ ਅੱਛਾ ਹੁੰਦਾ ਹੈ ਤੇ ਐਮਓਪੀ ਦਾ ਥੋੜਾ ਮਾਠਾ ਹੁੰਦਾ ਹੈ ਜੀ। ਠੀਕ ਆ। ਉਹ ਮਹਿੰਗਾਈ ਦੇ ਦੁੱਖ ਮਹਿੰਗਾਈ ਦੇ ਲਿਹਾਜ਼ ਨਾਲ ਉਹ ਜਿਹੜਾ ਨਾ ਅਸੀਂ ਐਮਓਪੀ ਇਹਦੇ ਵਿੱਚ ਪਾਈ ਇਹਦੇ ਹੈ। ਨਾਲ ਪੈਦਾਵਾਰ ਨਹੀਂ ਮੁਤਾਸਰ ਹੋਏਗੀ? ਨਹੀਂ, ਪੈਦਾਵਾਰ ਫਿਰ ਅਸੀਂ ਉੱਤੋਂ ਖੁਰਾਕ ਇਹਨੂੰ ਹੋਰ ਦੇਵਾਂਗੇ ਨਾ, ਅੱਛਾ ਜੀ, ਉਹ ਵੀ ਉਹਦੇ ਦੱਸੋ। ਮੁਤਬਾਦਲ ਵਿੱਚ। ਹਾਂਜੀ ਫਿਰ ਅਸੀਂ ਆਲੂ ਮੁਕੰਮਲ ਖੇਲੀਆਂ ਕਰ ਤੇ ਇਹਨੂੰ ਜਿਹੜਾ ਨਾ ਮੁਕੰਮਲ ਤੌਰ ਤੇ ਇਹਨੂੰ ਅਸੀਂ ਤਿਆਰ ਕਰ ਲੈਂਦੇ। ਹਾਂ। ਉਸ ਤੋਂ ਬਾਅਦ ਪਹਿਲਾ ਪਾਣੀ ਅਸੀਂ ਨਾਰਮਲ ਥੋੜਾ ਜਿਹਾ ਲਾਵੀਂਦਾ। ਇੱਕ ਮਿੰਟ ਮੀਆਂ ਸਾਹਿਬ, ਇਹਨੂੰ ਬੀਜਣਾ ਕਿਸ ਤਰ੍ਹਾਂ? ਪਲਾਂਟਰ ਦੇ ਨਾਲ ਜੇ ਹੱਥਾਂ ਨਾਲ ਵੀ ਹਜੇ? ਪਲਾਂਟਰ ਨਾਲ ਜੀ। ਪਲਾਂਟਰ ਨਾਲ ਬੀਜ ਲਿਆ ਜੀ ਜੀ। ਤੇ ਫਿਰ ਪਹਿਲਾ ਪਾਣੀ ਕਦੋਂ ਲਾਣਾ? ਪਹਿਲਾ ਪਾਣੀ ਜਿਵੇਂ ਆਲੂ ਗੇਰ ਗਿਆ ਉਸ ਤੋਂ ਬਾਅਦ ਨਾਖੂ ਨਿਕਲ ਗਿਆ ਜੀ, 1-2 ਦਿਨ ਬਾਅਦ ਪਤਲਾ ਜਿਹਾ ਪਾਣੀ ਲਾ ਦੇਵੀਂਦਾ। ਅੱਛਾ ਜੀ। ਉਸ ਤੋਂ ਬਾਅਦ ਕੋਈ 10 ਦਿਨ ਫਿਰ ਪੈ ਜਾਂਦੇ ਨੇ। ਜੀ 10 ਦਿਨਾਂ ਬਾਅਦ ਫਿਰ ਦੂਸਰਾ ਪਾਣੀ ਅਸੀਂ ਲਾਉਂਦੇ ਹਾਂ, ਹਾਂਜੀ ਥੋੜਾ ਜ਼ਿਆਦਾ ਕਰਕੇ, ਕਿਉਂਕਿ ਵੱਤਰ ਜਿੱਥੇ ਕੰਮ ਹੁੰਦਾ ਨਾ ਉੱਥੇ ਪਾਣੀ ਚਲਾ ਜਾਵੇ ਤੇ ਆਲੂ ਜਲਦੀ ਬਾਹਰ ਆ ਜਾਵੇ ਜ਼ਮੀਨ ਤੋਂ। ਠੀਕ ਹੈ ਜੀ। ਉਹ ਆਲੂ ਫਿਰ ਤਕਰੀਬਨ 20 ਦਿਨ ਬਾਅਦ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਫਿਰ ਅਸੀਂ ਇੱਕ ਕਰਨੇ ਗੰਦ ਵਾਲਾ ਸਪਰੇਅ ਹੁੰਦੇ ਤੇ ਹਾਂਜੀ ਉਹ ਗੰਦ ਵਾਲਾ ਸਪਰੇਅ ਉਹ ਵੀ ਉਸ ਟਾਈਮ ਵੀ ਕਰ ਸਕਨੇ, ਲਿਹਾਜ਼ਾ ਜਦੋਂ ਆਲੂ ਜ਼ਿਆਦਾ ਹੋ ਜਾਵਣ ਨਾ ਪਹੁੰਚਾ ਜਾਵੇ ਤਾਂ ਉਸ ਤੋਂ ਬਾਅਦ ਵੀ ਕਰ ਸਕਨੇ। ਉਹ ਆਲੂ ਨੂੰ ਕੁਝ ਨਹੀਂ ਕਹਿੰਦਾ? ਆਲੂ ਨੂੰ ਕੁਛ ਨਹੀਂ ਕਹਿੰਦਾ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਅਸੀਂ ਖਾਦ ਲਗਾਉਣੀ ਸ਼ੁਰੂ ਕਰ ਦੇਣੇ। ਪਹਿਲੀ ਯੂਰੀਆ ਪਾਣੇ ਅਸੀਂ 25 ਕੁ ਦਿਨ ਹੋ ਜਾਵਣ ਤਾਂ ਅੱਛਾ ਜੀ। ਨਾਲ ਹੋਮਿਓਕ ਐਸਿਡ ਜਾਂ ਜ਼ਿੰਕ ਦਾ ਇਸਤੇਮਾਲ ਕਰ ਲੈਂਦੇ। ਅੱਛਾ ਜੀ। ਤੇ ਦੂਸਰੀ ਖਾਦ ਪਾਣੇ ਅਸੀਂ ਤਕਰੀਬਨ 40 ਜਾਂ 45 ਦਿਨ ਦੇ ਹੋ ਜਾਵਣ। ਅੱਛਾ ਜੀ। ਉਸ ਟਾਈਮ ਵੀ ਅਸੀਂ ਨਾਲ ਕੋਈ ਆਲੂਆਂ ਦੀ ਜਿਹੜਾ ਨਾ ਕੋਈ ਸ਼ਾਈਨ ਵਾਸਤੇ ਜਾਂ ਐਜ਼ ਅ ਪੋਟਾਸ਼ ਕੋਈ ਚੀਜ਼ ਕੰਮ ਕਰੇ, ਹਾਂਜੀ ਉਹ ਵੀ ਚੀਜ਼ ਯੂਰੀਆ ਦੇ ਨਾਲ ਇਸਤੇਮਾਲ ਕਰਦੇ ਹੁੰਦੇ। ਅੱਛਾ ਜੀ। ਫਿਰ ਅਸੀਂ ਅਮੂਮਨ ਤਾਂ ਇਹਦੀ 50 ਤੋਂ 60 ਦਿਨ ਹੁੰਦੀ ਹੈ ਵੀ ਇਹ ਇਹਦੀ ਖੁਰਾਕ ਮੁਕੰਮਲ ਕਰਨੀ ਚਾਹੀਦੀ ਆਲੂ ਦੀ। 50 ਤੋਂ 60 ਦਿਨ ਦੇ ਦਰਮਿਆਨ ਇਹਦੀ ਜਿਹੜੀ ਖੁਰਾਕ ਆ, ਹਾਂਜੀ ਖਾਦ ਵਗੈਰਾ ਪਾਣੀ ਪਾ ਦਿਓ? ਜੀ ਬਿਲਕੁਲ। ਖਾਦ ਵਗੈਰਾ ਮਤਲਬ ਤੁਸੀਂ ਇਹਦੀ ਮੁਕੰਮਲ ਜਿਹੜੀ ਚੀਜ਼ ਤੁਸੀਂ ਲਗਾਉਣੀ ਹੈ 60 ਦਿਨ ਦੀ ਐਂਡ ਹੈ ਵੀ ਉੱਥੇ ਤੁਸੀਂ ਇਹਨੂੰ ਮੁਕੰਮਲ ਕਰ ਦਿਓ। ਜੀ ਉਹ 60 ਦਿਨ ਤੱਕ ਅਸੀਂ ਇਹਨੂੰ ਤਕਰੀਬਨ 4 ਬੋਰੀਆਂ ਯੂਰੀਆ ਮੁਕੰਮਲ ਕਰ ਦਿੰਦੇ ਹਾਂ। ਨਾਲ ਇਹਦੇ 60 ਦਿਨ ਤੇ ਜਦੋਂ ਆਲੂ ਹੋ ਜਾਣਗੇ ਉਦੋਂ ਅਸੀਂ ਇੱਕ ਪੋਟਾਸ਼ ਦਾ ਬੈਗ ਵੀ ਲਾ ਦਿੰਦੇ ਹਾਂ। ਜੀ ਉਹ ਆਲੂ ਨੂੰ ਮਤਲਬ ਥੱਲੇ ਜ਼ਮੀਨ ਨੂੰ ਜਿਹੜਾ ਨਰਮ ਕਰਦਾ, ਜ਼ਿਆਦਾ ਉਹ ਆਲੂ ਮੋਟਾ ਕਰਦਾ। ਉਹ ਪੋਟਾਸ਼ ਦਾ ਕੰਮ ਇਹ ਹੈ। ਨਾਲ ਸਲਫਰ ਦਾ ਵੀ ਇਸਤੇਮਾਲ ਕਰ ਦਿੰਦੇ ਉਹਦੇ ਵਿੱਚ। ਅੱਛਾ ਜੀ। ਉਸ ਤੋਂ ਬਾਅਦ ਇਸ ਟਾਈਮ ਇਹ ਮੇਰੇ ਆਲੂ ਹੋਏ ਖੜੇ ਨੇ 72 ਦਿਨ ਦੇ, ਤੇ ਇਸ ਟਾਈਮ ਇਹਨਾਂ ਦੀ 60 ਤੇ 55 ਦਿਨ ਤੇ ਇਹਦੀ ਖੁਰਾਕ ਪੂਰੀ ਕਰ ਦਿੱਤੀ ਸੀ। ਅੱਛਾ ਜੀ। ਆ ਕੋਈ ਹਫਤਾ ਕੋਈ 4 ਦਿਨ ਹੋਏ ਨੇ ਇਹਨੂੰ ਪਤਲਾ ਜਿਹਾ ਪਾਣੀ ਫੇਰ ਦਿੱਤਾ। ਅੱਛਾ ਜੀ। ਤੇ ਹੁਣ ਇਸ ਟਾਈਮ ਇਹ ਮੈਂ ਤਾਂ ਆਖਰੀ ਪਾਣੀ ਇਹਨੂੰ ਲਾਇਆ ਕਿਉਂਕਿ ਮੇਰੀ ਜ਼ਮੀਨ ਥੋੜੀ ਪੱਕੇ ਵਾੜਤੀ ਤੇ ਇਹਦੇ 'ਚ 72 ਰਹਿੰਦਾ ਜ਼ਿਆਦਾ। ਠੀਕ ਹੈ ਜੀ। ਤੇ ਉੰਨੇ ਪਾਣੀ ਇੱਕ ਹੋਰ ਵੀ ਲੱਗ ਸਕਦਾ ਹੈ। ਅੱਛਾ ਜੀ। ਲਗਾਈਏ ਤਾਂ ਉੰਨੇ 100 ਦਿਨ ਵਿੱਚ ਤਿਆਰ ਹੁੰਦਾ ਹੈ। ਅੱਛਾ ਜੀ। 100 ਦਿਨ ਤੋਂ ਪਲੱਸ ਹੀ ਲੈ ਜਾਂਦਾ ਜੇ ਮੁਕੰਮਲ ਤਿਆਰ ਕਰਨਾ ਹੋਵੇ। ਤੇ ਮੇਰਾ ਪਹਿਲਾ ਜ਼ੇਨ ਸੀ ਜੀ ਕੱਚੀ ਪਟਾਈ ਦਾ, ਤੇ ਮੈਂ ਇਹਨੂੰ ਕੱਚੀ ਪਟਾਈ ਦੇ ਲਿਹਾਜ਼ ਨਾਲ ਇਹਨੂੰ ਖੁਰਾਕ ਪੂਰੀ ਦਿੱਤੀ ਹੈ। ਲੇਕਿਨ ਹੁਣ ਇਸ ਟਾਈਮ ਰੇਟ ਮਤਲਬ ਕਮ ਹੋਣ ਦੀ ਵਜ੍ਹਾ ਤੋਂ ਮੈਂ ਇਹਨੂੰ ਪੱਕਾ ਮਤਲਬ ਪਕਾ ਤੇ ਫੁੱਲ ਇਹਦੇ ਜਿਹੜੇ ਐਂਡ ਹੈ ਉਹ ਵੇਖ ਤੇ ਫਿਰ ਇਹਨੂੰ ਵੇਚਾਂਗੇ ਜੀ। ਇਹ ਕੱਚੀ ਪਟਾਈ ਤੇ ਪੱਕੀ ਪਟਾਈ ਕੀ ਹੁੰਦੀ? ਕੱਚੀ ਪਟਾਈ ਇਹ ਹੁੰਦੀ ਹੈ ਜੀ, ਉਹ ਤਕਰੀਬਨ ਆਲੂ ਫਿਰ ਸਾਰਾ ਹੀ ਵੇਚਣਾ ਪੈਂਦਾ, ਉਹਦੇ ਸੀਡ ਨਹੀਂ ਬਚਦਾ। ਪੱਕੀ ਪਟਾਈ ਕਰਾਂਗੇ ਉਹਦੇ ਸੀਡ ਬਚ ਜਾਂਦਾ ਤੇ ਜਿਹੜਾ ਰਾਸ਼ਨ ਹੈ ਉਹ ਸੇਲ ਹੋ ਜਾਂਦਾ। ਮਤਲਬ ਕਿ ਕੱਚੀ ਪਟਾਈ ਜਰਾ ਜਲਦੀ ਪੱਟ ਲਈ? ਹਾਂਜੀ, ਉਹ ਜਲਦੀ ਪੱਟ ਲੈਂਦਾ। ਉਹਦੇ ਵਿੱਚ ਫਿਰ ਐਵਰੇਜ ਥੋੜੀ ਆਉਂਦੀ ਹੈ। ਉਹ ਕਿਉਂਕਿ ਰੇਟ ਹੁੰਦਾ ਅੱਛਾ ਤੇ ਫਿਰ ਅਸੀਂ ਕੱਚੇ ਪੱਟ ਦੇਣੇ ਸੀ। ਠੀਕ ਹੈ ਜੀ। ਇਸ ਟਾਈਮ ਇਹਦਾ ਰੇਟ ਚੱਲਦਾ ਪਿਆ
3500 ਤੋਂ 4000 3000 ਦੀ ਰੇਂਜ ਤੇ ਰੱਤਿਆਂ ਦਾ ਚੱਲਦਾ ਪਿਆ। ਅੱਛਾ ਜੀ। ਤੇ ਇਹ ਤਾਂ ਉਵੇਂ ਤਾਂ ਫਿਰ ਹਿਸਾਬ ਲਗਾਈਏ ਤਾਂ ਖਰਚੇ ਨੇ ਫਿਰ। ਰੇਟ ਆ ਮਣ ਦਾ ਰੇਟ ਹੈ? ਬੋਰੀ ਦਾ ਰੇਟ ਹੈ, ਬੋਰੀ 122 ਕਿਲੋ ਦੀ ਹੁੰਦੀ ਹੈ ਜੀ। 122 ਕਿਲੋ ਦੀ ਹਾਂਜੀ, ਤਕਰੀਬਨ ਬੋਰੀ ਹੁੰਦੀ ਹੈ। 3 ਮਣ ਤੇ 2 ਕਿਲੋ ਦੀ। ਅੱਛਾ ਜੀ। ਜੀ ਕਿੰਨਾ ਰੇਟ ਦੱਸਿਆ ਜੀ? ਇਸ ਟਾਈਮ 3500 ਤੋਂ 4000 ਚੱਲਦਾ ਪਿਆ ਅੱਛੇ ਦਾ, ਤੇ ਮੱਠਾ ਹੋਵੇ ਤਾਂ ਉਹਦਾ 3000 3200 ਚੱਲਦਾ ਪਿਆ ਲਾਲ ਦਾ। ਕਿੰਨੀਆਂ ਕੁ ਬੋਰੀਆਂ ਨਿਕਲੇ ਆਉਂਦੀਆਂ ਜੀ? ਇਹ ਤਾਂ LR ਦੀ ਐਵਰੇਜ ਥੋੜੀ ਆਉਂਦੀ ਹੈ ਜੀ। ਇਹ ਤੇ ਅੱਛੇ ਤੋਂ ਅੱਛਾ ਸੀਡ ਉਸੀ ਤਾਂ ਅੱਛਾ LR ਉਸੀ ਉਹਦੀ 100 ਬੋਰੀ ਆ ਜਾਂਦੀ ਹੈ। ਅੱਛਾ ਜੀ। ਨਾਰਮਲ ਜੇ ਸੀਡ ਉਸੀ ਤੇ ਮਤਲਬ ਨਾਰਮਲ ਆਲੂ ਹੋਵੇਗਾ ਉਹਦੀ 80 70 ਬੋਰੀ ਆ ਜਾਂਦੀ LR ਦੀ। ਅੱਛਾ ਜੀ। ਜਿਹੜਾ ਚਿੱਟਾ ਆਲੂ ਹੈ ਉਹਦੀ ਐਵਰੇਜ ਬਹੁਤ ਜ਼ਿਆਦਾ ਹੈ, ਹਾਂ। ਉਹ ਮਜ਼ੀਕਾ 150 ਬੋਰੀ ਵੀ ਕਿੱਲੇ ਵਿੱਚ ਨਿਕਲ ਜਾਂਦੀ ਹੈ ਅੱਛਾ ਜੀ। ਪੱਕੀ ਪਟਾਈ ਤੇ। ਅੱਛਾ ਜੀ। ਤੇ ਉਹ ਵਾਈਟ ਆਲੂ ਦੀ ਐਵਰੇਜ ਲਾਲ ਨਾਲ ਜ਼ਿਆਦਾ ਹੈ, ਇਸ ਗੱਲੋਂ ਦਾ ਰੇਟ ਥੋੜਾ ਕਮ ਹੈ। ਉਹ ਅੱਧੋ ਅੱਧ ਦਾ ਫਰਕ ਹੈ ਰੇਟ ਦਾ। ਜੀ। ਚਿੱਟੇ ਦਾ 2000 ਤੋਂ 1800 ਰੇਟ ਚੱਲਦਾ ਪਿਆ। ਜੀ। ਆ ਕੱਲ ਵੇਚੇ ਨੇ ਮੇਰੇ ਕਜ਼ਨਾਂ ਨੇ ਤੇ 1700 ਦੀ ਬੋਰੀ ਕੱਚੀ ਪਟਾਈ ਦੇ ਲਿਹਾਜ਼ ਨਾਲ। ਅੱਛਾ ਜੀ। ਵਿੱਚ ਹੀ ਉਹਨਾਂ ਸਾਰਾ ਕੁਝ ਭਰ ਤੇ ਲੈ ਜਾਣਾ। ਉਹਦੀ ਜ਼ਿਆਦਾ ਨਿਕਲਦੀ ਐਵਰੇਜ, ਤੁਸੀਂ ਉਹ ਕਿਉਂ ਨਹੀਂ ਬੀਜਿਆ? ਉਹ ਬੀਜਿਆ ਹੋਇਆ ਜੀ, ਉਹ ਵੀ ਬੀਜਿਆ? ਉਹ ਵੀ ਬੀਜਿਆ ਹੋਇਆ। ਹਾਂਜੀ। ਅੱਛਾ ਜੀ। ਤੇ ਇਹਦੀਆਂ ਕੋਈ ਕਿਸਮਾਂ ਵੀ ਹੁੰਦੀਆਂ? ਇਹਦੀਆਂ ਕਿਸਮਾਂ ਵੀ ਹਨ, ਲਾਲ ਵਿੱਚ ਬੜੇ ਕਿਸਮਾਂ ਨੇ ਜੀ। LR ਵੀ ਹੈਗਾ, ਐਸਟ੍ਰੈਸ ਵੀ ਹੈਗਾ, ਫਲਾਮਿੰਕੋ ਵੀ ਹੈਗਾ ਜੀ। ਇੱਕ ਦੋ ਹੋਰ ਵੈਰਾਈਟੀਆਂ ਵੀ ਲਾਲ ਵਿੱਚ ਹੈਗੀਆਂ ਨੇ। ਤੁਸੀਂ ਕਿਹਨੂੰ ਰეკਮੈਂਡ ਕਰਦੇ ਆ? ਮੈਂ ਤਾਂ ਲਾਲ ਵਿੱਚ ਮੈਂ ਪਹਿਲੇ LR ਮੈਂ ਲਗਾਉਂਦਾ ਹੀ ਨਹੀਂ ਸੀ। ਮੇਰਾ ਤੀਸਰਾ ਸਾਲ LR ਲਾਉਂਦੇ ਨੂੰ, ਤੇ ਮੇਰਾ ਬੜਾ ਹੀ ਅੱਛਾ ਐਕਸਪੀਰੀਅੰਸ LR ਦਾ। ਮਤਲਬ ਇਹਦੇ ਵਿੱਚ ਕੋਈ ਮੈਨੂੰ ਲਾਸ ਵਾਲਾ ਅੱਲਾ ਦਾ ਸ਼ੁਕਰ ਹੈ ਕੋਈ ਹਾਲੇ ਤੱਕ ਨਹੀਂ ਹੋਇਆ। ਅੱਲਾਹ ਤਾਲਾ ਹਾਂ, ਤੇ LR ਮੈਂ ਤਾਂ ਇਹ ਰਿਕਮੈਂਡ ਕਰਾਂਗਾ LR ਲਗਾਓ, ਕਿਉਂਕਿ LR ਦੀ ਅਗਰ ਡਿਮਾਂਡ ਵੀ ਹੈ ਹੁਣ, ਪ੍ਰਾਈਵੇਟ ਕੰਪਨੀਆਂ ਵੀ LR ਨੂੰ ਪਸੰਦ ਕਰਦੀਆਂ ਨੇ, ਕਿਉਂਕਿ ਚਿਪਸ ਤੇ ਲੇਜ਼ ਵਾਸਤੇ LR ਇਸਤੇਮਾਲ ਹੁੰਦਾ ਹੈ। ਅੱਛਾ, ਪ੍ਰਾਈਵੇਟ ਕੰਪਨੀਆਂ ਦਾ ਤੁਸੀਂ ਜ਼ਿਕਰ ਕੀਤਾ, ਕੋਈ ਪ੍ਰਾਈਵੇਟ ਕੰਪਨੀਆਂ ਜਾਂ ਸਰਕਾਰੀ ਸਤ੍ਹਾ ਤੇ ਕੋਈ ਕਾਸ਼ਤਕਾਰ ਦੀ ਆਲੂ ਵਾਸਤੇ ਮਦਦ ਕੀਤੀ ਜਾਂਦੀ ਹੈ? ਨਹੀਂ ਨਹੀਂ, ਸਰਕਾਰੀ ਸਤ੍ਹਾ ਤੋਂ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ। ਸਿਰਫ ਉਹ ਪ੍ਰਾਈਵੇਟ ਕੰਪਨੀਆਂ ਦਾ ਸੀਡ ਹੀ ਦਿੰਦੀਆਂ ਨੇ। ਉਹਨਾਂ ਨਾਲ ਇੱਕ ਐਗਰੀਮੈਂਟ ਹੁੰਦਾ ਵੀ ਜਦੋਂ ਆਲੂ ਪੱਕ ਜਾਏਗਾ 24 ਰੁਪਏ 25 ਰੁਪਏ ਕਿਲੋ ਦੇ ਹਿਸਾਬ ਨਾਲ ਆਲੂ ਲਵਣਗੇ। ਸੀਡ ਉਹ ਤੁਹਾਨੂੰ ਮੁਫਤ ਸੀਡ ਉਹ ਦੇਵਣਗੇ, ਲੇਕਿਨ ਉਹਦੀ ਉਹ ਵਿੱਚੋਂ ਪਹਿਲੇ 2 ਸਾਲ ਸੀਡ ਮੁਫਤ ਨਹੀਂ ਦੇਵਣਗੇ। ਜਿਵੇਂ ਜਿਵੇਂ ਫਾਰਮਰ ਨਾਲ ਚੱਲਣਗੇ ਉਸ ਤੋਂ ਬਾਅਦ ਸੀਡ ਮੁਫਤ ਦੇਣਾ ਸ਼ੁਰੂ ਕਰ ਦੇਣ। ਸੀਡ ਤੋਂ ਇਲਾਵਾ ਵੀ ਕੁਝ ਦਿੰਦੇ ਆ? ਨਹੀਂ, ਸੀਡ ਤੋਂ ਇਲਾਵਾ ਕੁਝ ਨਹੀਂ ਦਿੰਦੇ, ਬਾਕੀ ਸਭ ਕੁਝ ਕਿਸਾਨ ਆਦੀ ਜੇਬ ਵਿੱਚੋਂ ਉਹਨੇ ਲਾਵਣਾ। ਬੰਦੇ ਨੂੰ ਕੀ ਫਾਇਦਾ ਹੁੰਦਾ ਉਹਨਾਂ ਤੋਂ ਸੀਡ ਲੈਣ ਦਾ? ਉਹਨਾਂ ਤੋਂ ਸੀਡ ਲੈਣ ਦਾ ਇਹ ਫਾਇਦਾ ਹੁੰਦਾ ਵੀ ਉਹ ਫਿਰ ਕੰਪਨੀ ਆਦੀ ਤਰਫੋਂ ਇੱਕ ਗਰੰਟਿਡ ਸੀਡ ਹੁੰਦਾ ਹੈ, ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਵੀ ਇਹ ਹੁਣ ਸਾਨੂੰ ਬਾਹਰੋਂ ਕਿਧਰੋਂ ਮਿਲਾ ਹੈ ਜਾਂ ਕਿਸੇ ਨੇ ਠੱਗੀ ਕਰ ਲਈ ਜਾਂ 2 ਨੰਬਰ ਸੀਡ ਦੇ ਦਿੱਤਾ ਹੈ। ਫਿਰ ਉਹ ਕੰਪਨੀ ਉਹਦੀ ਜ਼ਿੰਮੇਦਾਰ ਹੁੰਦੀ ਅਗਰ ਸੀਡ 2 ਨੰਬਰ ਦੇਵੇਗੀ ਤਾਂ। ਅੱਛਾ ਜੀ। ਹਾਂਜੀ। ਤੇ ਇਹ ਹੁਣ ਤੁਸੀਂ ਜਿਹੜਾ ਆਲੂ ਪੱਟ ਲੈਣਾ ਦਸੰਬਰ ਆ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਨਵਰੀ ਚ? ਹਾਂਜੀ, ਜਨਵਰੀ ਦੇ ਇਨਸ਼ਾਅੱਲਾ 10 ਨੂੰ ਜਾਂ 8 ਨੂੰ ਇਹਨੂੰ ਅਸੀਂ ਪੱਟਾਂਗੇ। ਇਹਦੇ ਤੋਂ ਬਾਅਦ ਵਿੱਚ ਕੀ ਬੀਜਣਾ? ਮੱਕੀ ਲਾਵਾਂਗੇ ਜੀ। ਮਕਈ ਤੋਂ ਬਾਅਦ? ਮਕਈ ਤੋਂ ਬਾਅਦ ਫਿਰ ਦਾਈ ਲਾਵਾਂਗੇ ਜੀ। ਮਕਈ ਤੋਂ ਬਾਅਦ ਦਾਈ, ਝੋਨਾ, ਹਾਂਜੀ ਮੂੰਜੀ, ਬਿਲਕੁਲ। ਹਾਂਜੀ, ਉਹ ਲਾਣਾ। ਉਹਦੇ ਤੋਂ ਬਾਅਦ ਆਲੂ, 3 ਫਸਲਾਂ ਹੋ ਜਾਂਦੀਆਂ। ਹਾਂਜੀ, 3 ਫਸਲਾਂ ਹੋ ਜਾਂਦੀਆਂ। ਆਲੂ ਤੇ ਕਿੰਨਾ ਕੁ ਖਰਚਾ ਆ ਜਾਂਦਾ? ਆਲੂ 2021 ਦਾ ਦਸੰਬਰ ਹੈ, ਇਸ ਹਿਸਾਬ ਦੇ ਨਾਲ ਦੱਸਿਓ। ਇਸ ਟਾਈਮ ਆਲੂ ਤੇ ਖਰਚਾ ਕੈਲਕੂਲੇਟ ਕੀਤਾ ਜੇ ਪਰ ਏਕੜ ਤੇ ਅਗਰ ਸੀਡ ਆਪਣਾ ਹੋਵੇ ਤਾਂ ਹਾਂਜੀ ਫਿਰ ਤਕਰੀਬਨ 80 ਤੋਂ 90 ਹਜ਼ਾਰ ਰੁਪਏ ਖਰਚਾ ਹੈ। ਅੱਛਾ ਜੀ। ਸੀਡ ਆਪਣਾ ਹੋਵੇ ਤਾਂ। ਹਾਂਜੀ। ਸੀਡ ਨਾ ਆਪਣਾ ਹੋਵੇ ਤਾਂ ਲੱਖ ਨੂੰ ਕ੍ਰਾਸ ਕਰ ਜਾਂਦਾ ਜੀ। ਜੇ ਸੀਡ ਵੀ ਲੈਣਾ ਪਵੇ ਤਾਂ ਹਾਂ, ਲੱਖ ਖਰਚਾ। ਸਵਾ ਲੱਖ ਖਰਚਾ ਆਰਾਮ ਸਕੂਨ ਨਾਲ ਜੀ ਆਲੂ ਤੇ ਆ ਜਾਂਦਾ। ਤੇ ਵਿਕਦਾ ਕਿੰਨੇ ਦਾ ਇਹਦਾ? ਜਿਹੜੀ ਜਿੱਲੇ ਹੁਣ ਪੱਕੀ ਪਟਾਈ ਸ਼ੁਰੂ ਹੋਣੀ ਹੈ ਸਾਰੇ ਪੂਰੇ ਇਲਾਕੇ ਵਿੱਚ, ਸਾਡਾ ਮੁੜ ਇੱਕੇ ਵਾਰੀ ਪਟਾਈ ਸ਼ੁਰੂ ਹੁੰਦੀ ਹੈ, ਹਾਂਜੀ। ਉਹਦੇ ਵਿੱਚ ਫਿਰ ਰੇਟ ਬੜਾ ਹੀ ਡਾਊਨ ਹੋ ਜਾਂਦਾ ਇੱਕ ਦਫਾ ਤਾਂ। ਅੱਛਾ ਜੀ। ਫਿਰ ਅਗਰ ਇਹ ਤਾਂ ਲੋਕ ਅਕਸਰ ਇਹ ਕਹਿੰਦੇ ਨੇ ਵੀ ਆਲੂ ਤਾਂ ਜੁਆ, ਇਹ ਲੱਗ ਜਾਵਣ ਤਾਂ ਲੱਗ ਜਾਵਣ, ਨਾ ਲੱਗਣ ਤਾਂ ਨਾ ਲੱਗਣ। ਹੁਣ ਦੂਸਰੇ ਸਾਲ ਦੇ ਆਲੂ ਤਾਂ ਵੈਸੇ ਰੇਟ ਠੀਕ ਹੈ, 2000 ਪਲੱਸ ਹੀ ਵਿਕਦੇ ਰਹੇ ਨੇ। ਤੇ ਇਸ ਸਾਲ ਹੁਣ ਮੁੜ ਲੋਕ ਡਰੇ ਖੜੇ ਨੇ ਕਿ ਮੰਦੇ ਆਉਣ ਦੇ ਚਾਂਸਿਸ ਹੈਗੇ ਨੇ, ਕਿਉਂਕਿ ਹੁਣ ਰੇਟ ਕੱਚੀ ਪਟਾਈ ਵਿੱਚ 1700 1600 ਚੱਲਦਾ ਪਿਆ। ਅੱਗੇ ਇਸ ਟਾਈਮ ਰੇਟ 4 ਤੋਂ 5000 ਚੱਲਦਾ ਪਿਆ ਹੁੰਦਾ ਸੀ। ਤੇ ਇਸ ਵਜ੍ਹਾ ਤੋਂ ਜਿਹੜਾ ਨਾ ਹੁਣ ਪਕਾ ਤੇ ਇਨਸ਼ਾਅੱਲਾ ਇਹਨੂੰ ਵੇਚਾਂਗੇ, ਮੁੜ ਜੋ ਰੇਟ ਹੋਇਆ ਜੋ ਨਸੀਬ ਹੋਇਆ ਜੀ। ਇਹਨੂੰ ਸਟੋਰ ਹੋ ਜਾਂਦਾ ਹੈ? ਹਾਂਜੀ, ਸਟੋਰ ਹੋ ਜਾਂਦਾ ਹੈ। ਕਿੰਨਾ ਅਰਸਾ ਇਹਨੂੰ ਸਟੋਰ ਕੀਤਾ ਜਾ ਸਕਦਾ? ਇਹਨੂੰ ਅਸੀਂ ਸਟੋਰ ਕਰ ਸਕਨੇ ਆ ਮਾਰਚ ਵਿੱਚ ਮੁਕੰਮਲ 1 to all ਆਲੂ ਸਫਾਇਆ ਹੋ ਜਾਂਦਾ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਜਿੰਨਾ ਸਟੋਰ ਕਰਨਾ ਸੀਡ ਸਾਡਾ ਸਟੋਰ ਹੀ ਹੁੰਦਾ ਹੈ ਜੀ। ਸੀਡ ਅਸੀਂ ਮਾਰਚ ਤੋਂ ਲੈ ਤੇ ਅਕਤੂਬਰ ਤੱਕ ਸਟੋਰ ਹੀ ਕਰਨੇ। ਉਹ ਤਾਂ ਸੀਡ ਹੁੰਦਾ ਨਹੀਂ ਤਾਂ ਆਲੂ ਨਹੀਂ ਵਿਕਦਾ ਤੇ ਬੰਦਾ ਸਟੋਰ ਕਰ ਹਾਂ, ਆਲੂ ਵੀ ਸਟੋਰ ਕਰ ਸਕਦਾ ਜੀ। ਉਹ ਵੀ ਕੋਈ 5-6 ਮਹੀਨੇ ਕੱਢ ਜਾਂਦਾ? 6 ਮਹੀਨੇ 7 ਮਹੀਨੇ ਕੱਢ ਜਾਂਦਾ ਜੀ। ਕੋਲਡ ਸਟੋਰੇਜ ਤੇ ਕਰਨਾ? ਹਾਂਜੀ, ਕੋਲਡ ਸਟੋਰੇਜ। ਕੋਲਡ ਸਟੋਰੇਜ ਦਾ ਕੀ ਕਿਰਾਇਆ ਹੁੰਦਾ ਤਕਰੀਬਨ? ਉਹਦਾ ਪਿਛਲੇ ਸਾਲ ਤਾਂ ਹੈਗਾ ਸੀ 450 ਰੁਪਏ ਬੋਰੀ ਦਾ। ਹਾਂਜੀ। ਤੇ ਇਸ ਦਫਾ ਸ਼ਾਇਦ 550 ਹੋ ਜਾਵੇ। ਹਾਂਜੀ, ਆਰਾਮ ਸਕੂਨ ਨਾਲ ਜੀ। ਹਰ ਸ਼ਹਿਰ ਚ ਹਾਂ, ਮਹਿੰਗੀ ਹੋਈ ਤੇ 100 ਰੁਪਏ ਉਹਨਾਂ ਕਿਰਾਇਆ ਵਧਾਣਾ ਹੀ ਵਧਾਣਾ ਜੀ। ਠੀਕ ਹੋ ਗਿਆ। ਤੇ ਤੁਸੀਂ ਕੀ ਸਮਝਦੇ ਆ ਅਗਰ ਆਲੂ, ਮਕਈ ਔਰ ਚੌਲਾਂ ਦੀ ਫਸਲ ਲਾਈ ਜਾਵੇ? ਜੀ ਜੀ। ਇਹ ਤਿੰਨੇ ਫਸਲਾਂ ਕਿਸਾਨ ਨੂੰ ਕੁਝ ਦੇ ਜਾਂਦੀਆਂ?
हाँ जी, किसान ਨੂੰ ਤਿੰਨੇ ਅਗਰ ਲਗਾਈਏ ਤਾਂ ਹੀ ਕੁਝ ਬਚਦਾ, ਵਰਨਾ ਜੋ ਸਾਡੇ ਵਾਲੇ ਤਾਂ ਹੁਣ ਠੇਕੇ ਤਕਰੀਬਨ 1.25 ਲੱਖ ਤੇ ਪਹੁੰਚ ਗਿਆ ਹੈ ਪਹਿਲੀ ਦਾ ਪਰ ਏਕੜ ਦਾ ਜੀ। ਮੀਆਂ ਸਾਹਿਬ ਚੁੱਪ ਕਰ ਜਾਓ ਕਿਤੇ ਸਾਡੇ ਵੱਲ ਵੀ ਹਵਾ ਨਾ ਚੱਲੇ, ਰਸਤਾ ਆ ਸਾਡੇ। ਹਾਂ, ਇੱਥੇ ਤਾਂ ਪਰ ਏਕੜ ਸਰ 1 ਲੱਖ ਤੇ 25,000 ਨੂੰ 200 ਕਿੱਲਾ ਸਾਡੇ MNA ਸਾਹਿਬ ਦਾ ਉਹ ਚੜਾ ਹੈ ਜੀ ਪਰ ਏਕੜ ਦੇ ਹਿਸਾਬ ਨਾਲ। ਤੁਸੀਂ ਹਿਸਾਬ ਲਗਾ ਲਓ। ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹੱਥ। ਜੀ ਜੀ ਬਿਲकुल। MNA ਸਾਹਿਬ ਆ ਨਾ, ਉਹਨਾਂ ਨੂੰ ਤਾਂ ਹਰ ਪਾਸੇ ਤੇ ਉਹ ਜੋ ਮੁੜ ਚੱਲੇ ਜੋ ਰੇਟ ਚ ਨਿਕਲਦਾ ਹੈ ਜੀ, ਫਿਰ ਉਹ ਪੂਰੇ ਇਲਾਕੇ ਵਿੱਚ ਹੀ ਘੁੰਮ ਜਾਂਦਾ ਹੈ ਜੀ। ਠੀਕ ਹੈ ਇਸ ਟਾਈਮ ਲੱਖ, 1,10,000 ਇਹ ਤਾਂ ਆਮ ਚੱਲਦਾ ਪਿਆ ਠੇਕਾ ਜੀ। ਠੀਕ ਹੈ। ਐਡਵਾਂਸ ਪੈਸੇ ਹੱਥ ਵਿੱਚ ਬੰਦੇ ਲਈ ਫਿਰਦੇ ਨੇ, ਬੇਸੀ ਜ਼ਮੀਨ ਲੈਂਦੇ। ਹਾਂਜੀ ਮੀਆਂ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਆਲੂ ਲਾਉਣ ਦਾ ਤਰੀਕਾ ਦੱਸਤਾ, ਇਹਦਾ ਖਰਚਾ ਦੱਸ ਦਿੱਤਾ, ਇਹਦੀ ਆਮਦਨ ਦੱਸ ਦਿੱਤੀ, ਇਹਦਾ ਸਟੋਰ ਦਾ ਤਰੀਕਾ, ਕੋਈ ਹੋਰ ਗੱਲ ਦੱਸਣੀ? ਬਸ ਦੋਨ ਪਾਰਟ ਤੇ ਵੀ ਖਾਣਾ ਹੈ ਥੋੜਾ ਜਿਹਾ ਆਲੂ ਕੱਟ ਕੇ ਵੀ ਦਿਖਾ ਦਿਓ। ਹਾਂਜੀ ਬੜੀਆਂ ਨਰਮ ਆ ਤੁਹਾਡੀਆਂ ਖੇਲਾਂ, ਕਾਹਦੇ ਨਾਲ ਨਰਮ ਰੱਖੀਆਂ ਐ? ਇਹਨੂੰ ਬੜੇ ਰੂਟਾ ਮਾਰੇ ਹੋਏ ਨੇ ਜੀ, ਮਿੱਟੀ ਜਿਹੜੀ ਨੇ ਬੜੀ ਬਰੀਕ ਕੀਤੀ ਹੋਈ ਹੈ। ਬਰੀਕ ਕੀਤੀ ਜੀ ਮਿੱਟੀ, ਔਰ ਪਾਣੀ ਖੇਲਾਂ ਦੇ ਉੱਤੇ ਨਹੀਂ ਚੜਨ ਦਿੱਤਾ। ਵਾਹ ਜੀ ਵਾਹ, ਮਾਸ਼ਾਅੱਲਾ ਮਾਸ਼ਾਅੱਲਾ, ਕੀ ਬਾਤ ਹੈ ਜੀ। ਆ ਨਿੱਕਾ ਜਿਹਾ ਬੱਚਾ ਵੀ ਹੈ ਹਜੇ? ਹਾਂਜੀ ਇਹਨੇ ਵੀ ਵਧਣਾ ਹੈ? ਹਾਂਜੀ ਇਹਨੇ ਵੀ ਵਧਣਾ। ਇਹ 20 ਸਾਈਜ਼ ਬਣ ਜਾ ਸੀ, ਜਿਹੜਾ ਛੋਟਾ ਹੈ ਨਾ ਜੀ। ਹਾਂਜੀ ਇਹ ਤਕਰੀਬਨ 20 ਦਿਨ ਬਾਅਦ ਐਡਾ ਹੋ ਜਾ ਸੀ। ਠੀਕ ਹੈ ਜੀ। 20 ਸੀਡ ਸਾਈਡ ਬਾਅਦ। ਠੀਕ ਹੈ ਜੀ, ਮਾਸ਼ਾਅੱਲਾ, ਅੱਲਾ ਬਰਕਤ ਦੇ। ਵੇਖਣੇ ਇਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ। ਇਹ ਜਿਹੜਾ ਪਟਿਆ ਜੀ ਇਹਦੇ ਥੱਲੇ ਵੀ ਹੋਣਗੇ? ਹਾਂ ਹੁਣੇ ਤਾਂ ਆਲੂ ਨਿਕਲਨੇ ਨੇ। ਅੱਛਾ, ਮੈਂ ਤਾਂ ਕਿਹਾ ਜੋ ਕੱਢਣਾ ਸੀ ਉਹ ਕੱਢ ਲਿਆ। ਨਹੀਂ ਕੀ ਬਾਤ ਹੈ ਜੀ। ਲੋ ਜੀ ਦੋਸਤੋ, ਜੇ ਕਿਸੇ ਨੂੰ ਕੋਈ ਸਵਾਲ ਰਹਿ ਗਿਆ ਹੋਵੇ ਕਮੈਂਟ ਦੇ ਵਿੱਚ ਪੁੱਛਿਆ ਜਾ ਸਕਦਾ, ਮੀਆਂ ਸਾਹਿਬ ਉਹਦਾ ਵੀ ਜਵਾਬ ਦੇਣਗੇ। ਇਹ ਦੇਖ ਲਓ, ਇੱਕ ਬੂਟਾ ਪਟਿਆ ਜੀ, ਅੱਲਾਹ ਤਾਲਾ ਬਰਕਤ ਦੇ ਜੀ। ਬੁੱਲੇ ਸ਼ਾਹ ਨੇ ਕਿਹਾ ਵੇਲੀ ਨਾ ਬੋ, ਕੁਝ ਕਰਦੀ ਰਹੋ, ਖਾਲੀ ਭਾਂਡਾ ਭਰਦੀ ਰਹੋ। ਵੇਲੀਏ ਜੱਟੀਏ ਉਹਨ ਬੇਲ ਨਹੀਂ ਤੇ ਘਸੁੰਨ ਫੇਰ, ਵੇਲੀ ਨਹੀਂ ਰਹਿਣਾ, ਕੁਝ ਨਾ ਕੁਝ ਕਰਦੇ ਰਹਿਣਾ, ਹੀਲੇ ਰਿਜ਼ਕ ਬਹਾਨੇ ਮੌਤ। ਬਸ ਕੋਈ ਨਾ ਕੋਈ ਹੀਲਾ ਕਰਦੇ ਰਹਿਣਾ ਚਾਹੀਦਾ ਜੀ। ਇੱਕ ਪੈਲੀ ਦੇ ਵਿੱਚ ਤਕਰੀਬਨ ਕਿੰਨੇ ਬੂਟੇ ਲੱਗਦੇ ਜੀ? ਬੂਟੇ ਦਾ ਮਿਸਾਲ ਨਹੀਂ ਹੈ, ਬੂਟਿਆਂ ਦਾ ਕਨਫਰਮ ਨਹੀਂ ਕਿੰਨੇ ਨੇ, ਲੇਕਿਨ ਜਿਹੜੀਆਂ ਦੇ ਸ਼ਾਖਾਂ ਨੇ ਨਾ ਜੀ। ਹਾਂਜੀ ਇੱਕ ਆਲੂ ਨਾਲ ਆ ਸ਼ਾਖਾਂ ਨਿਕਲੇ ਨੇ ਜੀ 2 3 4। ਹਾਂਜੀ ਆ ਸੀਡ, ਆ ਨਾਰਮਲ ਸੀਡ ਦਾ ਸਾਈਜ਼ ਆ ਹੈ। ਹਾਂਜੀ ਇਹਦੇ ਵਿੱਚੋਂ ਇਹ 4 ਸ਼ਾਖਾਂ ਨਿਕਲਦੀਆਂ। ਮਾਸ਼ਾਅੱਲਾ ਜੀ, ਅੱਲਾਹ ਤਾਲਾ ਬਰਕਤ ਦੇ ਜੀ। ਬਹੁਤ ਬਹੁਤ ਸ਼ੁਕਰੀਆ। ਵਿੱਚੋਂ ਮਤੇ ਨਿਕਲੇ ਨਾ। ਹਾਂਜੀ ਲੋ ਜੀ, ਇਹ ਹੁਣ ਸਫੇਦ ਆਲੂ ਜਿਹੜਾ ਉਹ ਕੱਢਣ ਲੱਗੇ ਆ ਮੀਆਂ ਸਾਹਿਬ, ਪੱਟੋ ਬਿਸਮਿਲ੍ਲਾ ਕਰਕੇ। ਤੇ ਨਾਲੇ ਇਹ ਦੱਸੋ, ਇਹ ਬੀਜ ਜਿਹੜਾ ਹੈ ਕਿੰਨਾ ਲੱਗਦਾ ਜੀ ਇੱਕ ਪੈਲੀ 'ਚ? ਜੀ ਮੀਆਂ ਸਾਹਿਬ ਦੱਸਣ ਲੱਗੇ ਸੀ, ਆ ਪੱਟ ਕੇ ਦੱਸੀ ਬਈ ਇਹਦੇ 'ਚੋਂ ਕੀ ਨਿਕਲਿਆ। ਜੀ ਮੀਆਂ ਸਾਹਿਬ ਇਹਦਾ ਬੀਜ ਕਿੰਨਾ ਲੱਗਦਾ? ਇਹਦੇ ਬੀਜ ਜੀ ਤਕਰੀਬਨ ਲੱਗ ਜਾਂਦਾ 12 ਤੋਂ 13 ਬੋਰੀਆਂ ਵੀ ਲੱਗ ਜਾਂਦੀਆਂ ਨੇ। 12 ਤੋਂ 13 ਬੋਰੀਆਂ। ਤੇ ਬੋਰੀ ਤਕਰੀਬਨ ਕਿੰਨੇ ਕੁ ਦੀ ਮਿਲ ਜਾਂਦੀ ਹੈ? ਬੋਰੀ ਇਸ ਦਫਾ ਤਾਂ ਮਿਲੀ ਹੈ 2000 ਚਿੱਟਿਆਂ ਦੀ। ਹਾਂਜੀ ਤੇ 32-3300 ਲਾਲ ਦੀ ਮਿਲੀ ਹੈ ਜੀ। 32-3300 ਲਾਲ ਦੀ ਤੇ 2000 ਚਿੱਟਿਆਂ ਦੀ। ਹਾਂਜੀ ਚਿੱਟਾ ਵਿਕਦਾ ਵੀ 20 ਵੀ ਸਸਤਾ ਤੇ ਹਾਂਜੀ ਹੈ ਵੀ ਸਸਤਾ ਜੀ। ਮਾਸ਼ਾਅੱਲਾ ਇਹਦੇ ਥੱਲੇ ਵੀ ਢੇਰ ਨਿਕਲੇ ਆ। ਹਾਂਜੀ ਤੇ ਠੀਕ ਹੈ। ਅੱਛਾ ਇਹ ਬੀਜ ਮਿਲਦਾ ਕਿੱਥੋਂ ਹੈ ਜੀ? ਇਹ ਬੀਜ ਇੰਪੋਰਟ ਹੁੰਦਾ ਹੈ ਜੀ, ਬਾਹਰੋਂ ਆਉਂਦਾ ਨਿਊ ਹਾਲੈਂਡ ਤੋਂ। ਉਹ ਤੇ ਉੱਥੋਂ ਆਉਂਦਾ ਇੱਥੋਂ ਸਾਡੇ ਕਿਸਾਨਾਂ ਕੋਲ ਹੀ ਮਿਲਦਾ ਹੈ ਜੀ। ਕਿਸਾਨਾਂ ਕੋਲ ਮੰਡੀ ਤੋਂ ਜੇ ਲੈਣਾ ਹੋਵੇ? ਹਾਂ ਮੰਡੀ ਤੋਂ ਮਿਲ ਜਾਂਦਾ। ਜ਼ਿਆਦਾ ਕਿਸਾਨ ਸਟੋਰ ਕਰ ਲੈਂਦੇ ਨੇ ਆਲੂ, ਉਹਦੇ ਵਿੱਚ ਸੀਡ ਵੀ ਸਟੋਰ ਕਰ ਲੈਂਦੇ ਨੇ। ਅੱਛਾ ਜੀ। तो सीड फिर बेचते हैं बाद जो किसान किसी ने जरूरत पैंदी है। चलो लो जी, आ देखो ढेर निकल रहा है, अल्लाह की शान है। एक आलू लाया सी ओदे तो देखो किन्ने निकल रहे। वाह जी वाह, क्या बात। बस बस पूरते हैं साहब। ਤੁਹਾਡਾ ਕੀ ਨਾਮ ਹੈ? मोहम्मद अमीन। रेट लग जावे हाँ जी ਤੇ ਮੁੜ ਅੱਲਾ ਦੀ ਮਿਹਰਬਾਨੀ ਨਾਲ ਮਾਲ ਹੋ ਜਾਂਦਾ, ਜੇ ਨਾ ਲੱਗੇ ਤਾਂ ਮੁੜ ਕੰਗਲਾ ਵੀ ਹੋ ਜਾਂਦਾ ਹੈ, ਗਰੀਬ ਵੀ ਹੋ ਜਾਂਦਾ ਹੈ। ਹਰ ਸਾਲ ਵੇਚਦੇ? ਹਾਂਜੀ ਚਲੋ ਬਹੁਤ ਸ਼ੁਕਰੀਆ ਜੀ।